ਡਿਕਟੇਸ਼ਨ ਦੀ ਪੰਜਾਬੀ ਦਾ ਲਿੰਕ ਫਸਟ ਕਮੈਂਟ ਵਿੱਚ ਹੈ। ਕਮੈਂਟ ਬਾਕਸ ਕਰਕੇ ਡਿਕਟੇਸ਼ਨ ਦੀ ਪੰਜਾਬੀ ਲੈ ਸਕਦੇ ਹੋ ਜੀ। ਪੰਜਾਬੀ ਟ੍ਰਿਬਿਊਨ ਸੰਪਾਦਕੀ ਸਟਾਰਟ। ਭਾਰਤੀ ਜਨਤਾ ਪਾਰਟੀ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਸਿਰਫ ਸਿਖਰਲੇ ਦਰਜੇ ਦਾ ਸਟਾਰ ਪ੍ਰਚਾਰਕ ਹੀ ਨਹੀਂ ਮੰਨਦੀ ਹੈ, ਸਗੋਂ ਭਾਜਪਾ ਦੀ ਜਥੇਬੰਦਕ ਬਣਤਰ ਵਿੱਚ ਵੀ ਉਸ ਦਾ ਡੂੰਘਾ ਅਸਰ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਸਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਵੱਡੀ ਗਿਣਤੀ ਵਿੱਚ ਸੀਟਾਂ ਜਿਤਾ ਕੇ ਚੋਣਾਂ ਲਈ ਸਹੀ ਉਮੀਦਵਾਰ ਚੁਣਨ ਦੀ ਆਪਣੀ ਸਮਰੱਥਾ ਅਤੇ ਜਥੇਬੰਦਕ ਯੋਗਤਾ ਦਾ ਲੋਹਾ ਮਨਵਾਇਆ। ਉਹਨਾਂ ਚੋਣਾਂ ਤੋਂ ਬਾਅਦ ਹੀ ਉਸ ਦਾ ਪਾਰਟੀ ਪ੍ਰਧਾਨ ਬਣਨਾ ਅਤੇ ਭਾਜਪਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਸ਼ਖਸ ਬਣਨਾ ਨਿਸ਼ਚਿਤ ਹੋਇਆ। ਮੋਦੀ ਅਤੇ ਸ਼ਾਹ ਦੀ ਜੋੜੀ ਨੇ ਭਾਜਪਾ ਨੂੰ ਕਈ ਸੂਬਿਆਂ ਵਿੱਚ ਜਿੱਤ ਦਿਵਾਈ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤ ਕੇ ਲੋਕ ਸਭਾ ਵਿੱਚ ਆਪਣਾ ਦਬਦਬਾ ਕਾਇਮ ਕੀਤਾ। ਇਹਨਾਂ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੇ 282 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ। ਪੈਰਾਚੇਂਜ। ਹੁਣ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੌਰਾਂ ਵਿੱਚ ਵੱਡੀ ਗਿਣਤੀ ਵਿੱਚ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਹਨ। ਉਹਦੇ ਦਾਅਵਿਆਂ ਅਨੁਸਾਰ ਭਾਜਪਾ ਇਹਨਾਂ ਦੌਰਾਂ ਵਿੱਚ 80% ਤੋਂ ਜ਼ਿਆਦਾ ਸੀਟਾਂ ਜਿੱਤੇਗੀ। ਲੋਕਾਂ ਦਾ ਅਨੁਮਾਨ ਹੈ ਕਿ ਜੇਕਰ ਭਾਜਪਾ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਦੀ ਹੈ ਤਾਂ ਉਹ ਲੋਕਾਂ ਸਾਹਮਣੇ ਇਹ ਤਰਕ ਪੇਸ਼ ਕਰੇਗੀ ਕਿ ਉਸ ਦੀਆਂ ਅਪਣਾਈਆਂ ਨੀਤੀਆਂ, ਜਿਨ੍ਹਾਂ ਵਿੱਚ ਖੇਤੀ ਕਾਨੂੰਨ ਅਤੇ 4 ਕਿਰਤ ਕੋਡ ਬਣਾਉਣਾ ਸ਼ਾਮਲ ਹਨ, ਸਹੀ ਹਨ ਅਤੇ ਲੋਕ ਉਹਨਾਂ ਨੂੰ ਸਵੀਕਾਰ ਕਰਦੇ ਹਨ। ਵਿਰੋਧੀ ਪਾਰਟੀਆਂ ਅਤੇ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦੇ ਦਾਅਵੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸੋਚੀ ਸਮਝੀ ਨੀਤੀ ਹੈ, ਜਿਸ ਰਾਹੀਂ ਵੋਟਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੌਰਾਂ ਵਿੱਚ ਭਾਜਪਾ ਨੂੰ ਵੋਟਾਂ ਪਾਉਣ ਵਿੱਚ ਹੀ ਉਹਨਾਂ ਦਾ ਭਲਾ ਹੈ। ਪੈਰਾਚੇਂਜ। ਕੁਝ ਹੋਰ ਮਾਹਿਰਾਂ ਅਨੁਸਾਰ ਅਮਿਤ ਸ਼ਾਹ ਦੇ ਦਾਅਵੇ ਹਮੇਸ਼ਾ ਸਹੀ ਸਾਬਤ ਨਹੀਂ ਹੋਏ। ਇਹਨਾਂ ਵਿੱਚ ਸਭ ਤੋਂ ਵੱਡੀ ਮਿਸਾਲ 2019 ਵਿੱਚ ਹੋਈ ਝਾਰਖੰਡ ਵਿਧਾਨ ਸਭਾ ਚੋਣਾਂ ਦੀ ਹੈ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਭਾਜਪਾ 81 ਸੀਟਾਂ ਵਿੱਚੋਂ 65 'ਤੇ ਜਿੱਤ ਪ੍ਰਾਪਤ ਕਰੇਗੀ, ਪਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ 15 ਸੀਟਾਂ ਮਿਲੀਆਂ। ਇਸ ਤਰ੍ਹਾਂ 2019 ਵਿੱਚ ਹੋਈਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ, ਪਰ ਭਾਜਪਾ ਨੂੰ ਪੂਰਨ ਬਹੁਮਤ ਵੀ ਪ੍ਰਾਪਤ ਨਾ ਹੋਇਆ। 2020 ਦੇ ਸ਼ੁਰੂ ਵਿੱਚ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਦਿੱਲੀ ਦੀਆਂ 70 ਸੀਟਾਂ ਵਿੱਚੋਂ 45 'ਤੇ ਜਿੱਤ ਪ੍ਰਾਪਤ ਕਰੇਗੀ, ਪਰ ਨਤੀਜੇ ਇਸਦੇ ਉਲਟ ਆਏ ਅਤੇ ਭਾਜਪਾ ਨੂੰ ਸਿਰਫ 8 ਸੀਟਾਂ ਮਿਲੀਆਂ। ਇਸੇ ਤਰ੍ਹਾਂ ਅਮਿਤ ਸ਼ਾਹ ਦਾ 2018 ਵਿੱਚ ਛੱਤੀਸਗੜ੍ਹ ਦੀਆਂ ਵਿਧਾਨ ਸਭਾ
ਚੋਣਾਂ ਦੌਰਾਨ ਕੀਤਾ ਗਿਆ ਦਾਅਵਾ ਵੀ ਗਲਤ ਸਾਬਿਤ ਹੋਇਆ ਸੀ। ਡੰਡੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਬਹੁਤ ਸ਼ਾਤਿਰ ਸਿਆਸਤਦਾਨ ਹੈ ਅਤੇ ਉਸ ਦੀਆਂ ਸਿਆਸੀ ਚਾਲਾਂ ਬਹੁਤ ਗਹਿਰੀਆਂ ਹੁੰਦੀਆਂ ਹਨ। ਡੰਡੀ ਕਈ ਥਾਵਾਂ ਤੇ ਉਸ ਨੂੰ ਹਾਰ ਪ੍ਰਤੱਖ ਦਿਖਾਈ ਦੇ ਰਹੀ ਹੁੰਦੀ ਹੈ, ਪਰ ਉਹ ਪਾਰਟੀ ਦੇ ਕਾਰਕੁਨਾਂ ਦਾ ਹੌਸਲਾ ਵਧਾਉਣ ਲਈ ਵੱਧ ਚੜ੍ਹ ਕੇ ਦਾਅਵੇ ਕਰਦਾ ਹੈ। ਡੰਡੀ ਪਾਰਟੀ ਦੇ ਕਾਰਕੁਨ ਅਤੇ ਆਮ ਲੋਕ ਉਸ ਦੇ ਦਾਅਵਿਆਂ ਤੇ ਯਕੀਨ ਕਰਦੇ ਹਨ, ਕਿਉਂਕਿ ਮੋਦੀ ਸ਼ਾਹ ਜੋੜੀ ਦੀ ਅਗਵਾਈ ਵਿੱਚ ਭਾਜਪਾ ਨੇ ਵੱਡੀਆਂ ਜਿੱਤਾਂ ਜਿੱਤੀਆਂ ਹਨ। ਡੰਡੀ ਪੱਛਮੀ ਬੰਗਾਲ ਦੇ ਹਾਲਾਤ ਬਹੁਤ ਜਟਿਲ ਹਨ ਅਤੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਕਾਂਟੇ ਦੀ ਟੱਕਰ ਹੈ। ਡੰਡੀ ਚੋਣ ਪ੍ਰਚਾਰ ਦੇ ਸ਼ੁਰੂ ਹੋਣ ਸਮੇਂ ਭਾਵੇਂ ਇਹ ਕਿਹਾ ਜਾ ਰਿਹਾ ਸੀ ਕਿ ਤ੍ਰਿਣਮੂਲ ਕਾਂਗਰਸ ਜਿੱਤ ਪ੍ਰਾਪਤ ਕਰੇਗੀ, ਪਰ ਭਾਜਪਾ ਨੇ ਇਹਨਾਂ ਚੋਣਾਂ ਵਿੱਚ ਪੂਰੀ ਤਾਕਤ ਲਗਾ ਦਿੱਤੀ ਹੈ। ਡੰਡੀ ਉਸ ਨੂੰ ਯਕੀਨ ਹੈ ਕਿ ਉਹ ਤ੍ਰਿਪੁਰਾ ਵਾਂਗ ਪੱਛਮੀ ਬੰਗਾਲ ਵਿੱਚ ਵੀ ਜਿੱਤ ਦਰਜ ਕਰੇਗੀ। ਡੰਡੀ ਅਮਿਤ ਸ਼ਾਹ ਦੇ ਦਾਅਵੇ ਭਾਜਪਾ ਦੇ ਚੋਣ ਪ੍ਰਚਾਰ ਦੁਆਰਾ ਆਪਣੇ ਵਿਰੋਧੀਆਂ ਨੂੰ ਨਿਰਉਤਸ਼ਾਹਿਤ ਕਰਨ ਦੀਆਂ ਕਾਰਵਾਈਆਂ ਹਨ। ਡੰਡੀ ਅਜਿਹੇ ਢੰਗ ਤਰੀਕਿਆਂ ਕਾਰਨ ਹੀ ਤ੍ਰਿਣਮੂਲ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਡੰਡੀ ਇਸ ਸਭ ਕੁਝ ਦੇ ਬਾਵਜੂਦ 2 ਮਈ ਦਾ ਦਿਨ ਹੀ ਦੱਸੇਗਾ ਕਿ ਅਮਿਤ ਸ਼ਾਹ ਦੇ ਦਾਅਵਿਆਂ ਵਿੱਚ ਕਿੰਨਾ ਕੁ ਦਮ ਹੈ। ਡੰਡੀ ਸੰਪਾਦਕੀ ਡਿਕਟੇਸ਼ਨ ਸੈਕਿੰਡ ਸਟਾਰਟਸ ਟੌਪਿਕ ਔਰਤ ਮਰਦ ਨਾ ਬਰਾਬਰੀ। ਰੈਡੀ ਸਟਾਰਟ। ਔਰਤਾਂ ਦੀ ਨਾ ਬਰਾਬਰੀ ਸਾਡੇ ਦੇਸ਼ ਦਾ ਮੁੱਖ ਮਸਲਾ ਹੈ। ਡੰਡੀ ਸੰਸਾਰ ਆਰਥਿਕ ਫੋਰਮ ਵੱਲੋਂ ਜਾਰੀ ਵਿਸ਼ਵ ਲਿੰਗ ਨਾ ਬਰਾਬਰੀ ਰਿਪੋਰਟ ਮੁਤਾਬਿਕ ਭਾਰਤ ਨਾ ਬਰਾਬਰੀ ਵਾਲੇ ਦੇਸ਼ਾਂ ਵਿੱਚ ਪਹਿਲੀ ਕਤਾਰ ਵਿੱਚ ਸ਼ੁਮਾਰ ਹੋ ਗਿਆ ਹੈ। ਡੰਡੀ ਭਾਰਤ ਦਾ 156 ਦੇਸ਼ਾਂ ਵਿੱਚੋਂ 140ਵਾਂ ਸਥਾਨ ਹੈ। ਡੰਡੀ ਦੱਖਣੀ ਏਸ਼ੀਆ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਪਿੱਛੋਂ ਇਸ ਦਾ ਤੀਸਰਾ ਨੰਬਰ ਹੈ। ਡੰਡੀ ਇਸ ਖਿੱਤੇ ਵਿੱਚ ਬੰਗਲਾਦੇਸ਼ ਨਾ ਬਰਾਬਰੀ ਘਟਾਉਣ ਵਿੱਚ ਮੋਹਰੀ ਦੇਸ਼ ਸਾਬਿਤ ਹੋਇਆ ਹੈ। ਡੰਡੀ ਸਾਲ 2020 ਦੀ ਲਿੰਗਕ ਨਾ ਬਰਾਬਰੀ ਦੀ ਰਿਪੋਰਟ ਵਿੱਚ ਭਾਰਤ ਦਾ ਨੰਬਰ 153 ਦੇਸ਼ਾਂ ਵਿੱਚੋਂ 112ਵਾਂ ਸੀ। ਡੰਡੀ ਨਾ ਬਰਾਬਰੀ ਨੂੰ ਪਰਖਣ ਦੇ 4 ਮਾਪਦੰਡ ਬਣਾਏ ਗਏ ਹਨ। ਔਰਤਾਂ ਦੀ ਆਰਥਿਕ ਹਿੱਸੇਦਾਰੀ ਅਤੇ ਆਰਥਿਕ ਗਤੀਵਿਧੀਆਂ ਵਿੱਚ ਮਿਲਣ ਵਾਲੇ ਮੌਕੇ, ਵਿੱਦਿਆ ਪ੍ਰਾਪਤੀ, ਸਿਹਤ ਅਤੇ ਬਚਾਅ, ਸਿਆਸੀ ਸ਼ਕਤੀਕਰਨ ਅਤੇ ਲਿੰਗਕ ਨਾ ਬਰਾਬਰੀ ਘਟਾਉਣ ਦੇ ਵਿਕਾਸ ਦੀ ਗਤੀ। ਡੰਡੀ ਪੈਰਾਚੇਂਜ। ਭਾਰਤ ਦੇ ਗ੍ਰਾਫ ਦੇ ਹੇਠਾਂ ਵੱਲ ਜਾਣ ਦਾ ਪਹਿਲਾ ਕਾਰਨ ਸਿਆਸੀ ਖੇਤਰ ਵਿੱਚ ਔਰਤਾਂ ਦੀ ਘਟ ਰਹੀ ਹਿੱਸੇਦਾਰੀ ਨੂੰ ਮੰਨਿਆ ਗਿਆ ਹੈ। ਡੰਡੀ ਸਾਲ 2019 ਵਿੱਚ ਮੰਤਰੀ ਮੰਡਲ ਵਿੱਚ ਔਰਤਾਂ ਦੀ ਗਿਣਤੀ 23.1% ਸੀ।
ਜੋ 2021 ਵਿੱਚ ਘਟ ਕੇ 9.1% ਰਹਿ ਗਈ ਹੈ। ਡੰਡੀ ਸੰਸਦ ਵਿੱਚ ਵੀ ਲੰਮੇ ਸਮੇਂ ਤੋਂ ਸਥਿਰਤਾ ਵਾਲੇ ਹਾਲਾਤ ਹਨ, ਭਾਵ ਔਰਤਾਂ ਦੀ ਗਿਣਤੀ 14.4% ਤੋਂ ਨਹੀਂ ਵਧੀ। ਡੰਡੀ ਔਰਤਾਂ ਕਿਰਤੀਆਂ 'ਚ ਵੱਧ ਰਹੀ ਬੇਰੁਜ਼ਗਾਰੀ ਅਤੇ ਮਰਦਾਂ ਦੇ ਬਰਾਬਰ ਕਮਾਈ ਨਾ ਹੋਣਾ ਵੀ ਇੱਕ ਵੱਡਾ ਕਾਰਨ ਹੈ। ਡੰਡੀ ਰਿਪੋਰਟ ਅਨੁਸਾਰ ਮਰਦਾਂ ਨਾਲੋਂ ਔਰਤਾਂ ਦੀ ਕਮਾਈ ਔਸਤਨ 5ਵਾਂ ਹਿੱਸਾ ਹੈ। ਡੰਡੀ ਵਿਦਿਅਕ ਖੇਤਰ ਵਿੱਚ ਵੀ ਔਰਤਾਂ ਮਰਦਾਂ ਤੋਂ ਪਿੱਛੇ ਹਨ। ਡੰਡੀ ਪਰਿਵਾਰਾਂ ਵਿੱਚ ਕੁੜੀਆਂ ਦੇ ਜੰਮਣ ਨੂੰ ਸ਼ੁਭ ਨਾ ਮੰਨਣਾ ਨਾ ਬਰਾਬਰੀ ਦੀ ਭਾਵਨਾ ਵਧਾਉਂਦਾ ਹੈ। ਡੰਡੀ ਜਨਮ ਤੋਂ ਪਹਿਲਾਂ ਟੈਸਟ ਕਰਵਾ ਕੇ ਗਰਭ ਵਿੱਚ ਧੀ ਹੋਣ ਤੇ ਗਰਭਪਾਤ ਕਰਵਾਉਣ ਦੀਆਂ ਘਟਨਾਵਾਂ ਵੀ ਸ਼ਰਮਨਾਕ ਹਨ। ਡੰਡੀ ਪੈਰਾਚੇਂਜ ਦੇਸ਼ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਨਾਅਰੇ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਕੋਈ ਸੁਧਾਰ ਹੋਣ ਦੀ ਬਜਾਏ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ। ਡੰਡੀ ਸਿਆਸੀ ਤੌਰ ਉੱਤੇ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਾਖਵੇਂਕਰਨ ਦਾ ਬਿੱਲ ਲਗਭਗ 3 ਦਹਾਕਿਆਂ ਤੋਂ ਪਾਸ ਨਹੀਂ ਹੋ ਸਕਿਆ। ਡੰਡੀ ਘਰੇਲੂ ਔਰਤ ਦੇ ਕੰਮਕਾਜ ਨੂੰ ਉਤਪਾਦਕ ਕੰਮ ਮੰਨ ਕੇ ਕੁੱਲ ਘਰੇਲੂ ਪੈਦਾਵਾਰ ਦਾ ਹਿੱਸਾ ਬਣਾਉਣ ਤੋਂ ਬਾਹਰ ਰੱਖਣਾ ਅਤੇ ਜਾਇਦਾਦ ਵਿੱਚ ਬਰਾਬਰੀ ਦੇ ਕਾਨੂੰਨੀ ਹੱਕ ਦੇ ਬਾਵਜੂਦ ਸਮਾਜਿਕ ਰਿਸ਼ਤਿਆਂ ਦਾ ਦਬਾਅ ਕਾਰਨ ਹੱਕ ਨਾ ਮਿਲਣਾ ਨਾ ਬਰਾਬਰੀ ਕਾਇਮ ਰੱਖਣ ਵਿੱਚ ਸਹਾਈ ਹੋ ਰਿਹਾ ਹੈ। ਡੰਡੀ ਔਰਤ ਨੂੰ ਜਨਮ ਦੇ ਸਮੇਂ ਤੋਂ ਹੀ ਨਾ ਬਰਾਬਰ ਸਮਝਣਾ ਬੁਨਿਆਦੀ ਤੌਰ ਤੇ ਅਮਾਨਵੀ ਨਜ਼ਰੀਆ ਹੈ। ਡੰਡੀ ਅਜਿਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਸਮਾਜਿਕ, ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਪੱਧਰ ਉੱਤੇ ਚੇਤਨ ਉਪਰਾਲੇ ਕਰਨ ਦੀ ਲੋੜ ਹੈ। ਡੰਡੀ ਸਟਾਪ ਨਾਓ ਸਟਾਰਟਸ। ਖਾਸ ਟਿੱਪਣੀ ਡਿਕਟੇਸ਼ਨ ਫਰੋਮ ਪੰਜਾਬੀ ਟ੍ਰਿਬਿਊਨ। ਸਪੀਡ 90 words per minute। ਸਟਾਰਟ। ਦਸੰਬਰ 1971 ਵਿੱਚ ਬੰਗਲਾਦੇਸ਼ ਦੇ ਜਨਮ ਤੋਂ ਪੂਰਬਲੀ ਸ਼ਾਮ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਮਗਰੋਂ 1973 ਵਿੱਚ ਵਿਦੇਸ਼ ਮੰਤਰੀ ਬਣੇ ਨੇ ਦਾਅਵਾ ਕੀਤਾ ਸੀ ਕਿ ਆਜ਼ਾਦ ਬੰਗਲਾਦੇਸ਼ ਨਾਕਾਰਾਪੁਣੇ ਦੀ ਅਜਿਹੀ ਕੌਮਾਂਤਰੀ ਮਿਸਾਲ ਸਾਬਿਤ ਹੋਵੇਗਾ ਜੋ ਆਪਣੀ ਹੋਂਦ ਕਾਇਮ ਰੱਖਣ ਲਈ ਹਮੇਸ਼ਾ ਵਿਦੇਸ਼ੀ ਇਮਦਾਦ ਤੇ ਨਿਰਭਰ ਰਹੇਗਾ। ਡੰਡੀ ਬੰਗਲਾਦੇਸ਼ ਮੁਕਤੀ ਸੰਘਰਸ਼ ਦੌਰਾਨ ਜਿਵੇਂ ਹੈਨਰੀ ਕਿਸਿੰਜਰ ਅਤੇ ਉਸਦੇ ਬੌਸ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਹਰ ਗੱਲ ਅਤੇ ਕਦਮ ਨਾਕਾਮ ਸਿੱਧ ਹੋਏ, ਉਸੇ ਤਰ੍ਹਾਂ ਜਲਦੀ ਹੀ ਉਹਨਾਂ ਦੀ ਇਹ ਭਵਿੱਖਬਾਣੀ ਵੀ ਨਾਕਾਮ ਸਿੱਧ ਹੋਈ। ਡੰਡੀ ਬੰਗਲਾਦੇਸ਼ ਨੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਹਰ ਸੂਚਕ ਪੱਖੋਂ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ। ਡੰਡੀ ਇਸ ਵਕਤ ਸ਼ੇਖ ਹਸੀਨਾ ਨੇ ਚੀਨ, ਪੱਛਮੀ ਜਗਤ, ਭਾਰਤ ਤੇ ਹੋਰਨਾਂ ਮਿੱਤਰ ਮੁਲਕਾਂ ਨਾਲ ਆਪਣੇ ਦੁਵੱਲੇ ਲਾਭਕਾਰੀ ਸੰਬੰਧ ਕਾਫੀ ਹੁਨਰਮੰਦੀ ਨਾਲ ਬਣਾ ਕੇ ਰੱਖੇ ਹਨ। ਡੰਡੀ ਪੈਰਾਚੇਂਜ ਅੱਜ ਨਕਾਰਾਪੁਣੇ ਦਾ ਕੌਮਾਂਤਰੀ ਕੇਸ ਪਾਕਿਸਤਾਨ ਹੈ, ਜੋ ਸੰਸਾਰ ਬੈਂਕ, IMF ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹੀਆਂ ਕੌਮਾਂਤਰੀ ਮਾਲੀ ਸੰਸਥਾਵਾਂ ਤੋਂ ਇਲਾਵਾ ਚੀਨ ਅਤੇ G20 ਦੇ ਹੋਰਨਾਂ ਮੁਲਕਾਂ ਤੋਂ ਖੈਰਾਤ ਮੰਗ ਰਿਹਾ ਹੈ। ਡੰਡੀ ਇਸੇ ਸਮੇਂ ਪਾਕਿਸਤਾਨ ਆਪਣੇ ਕਰਜ਼ਿਆਂ ਦੀ ਅਦਾਇਗੀ ਕਰਨ ਵਿੱਚ ਨਾਕਾਮ ਸਾਬਿਤ ਹੋ ਰਿਹਾ ਹੈ ਅਤੇ ਆਪਣੀਆਂ ਦੇਣਦਾਰੀਆਂ ਦੀ ਅਦਾਇਗੀ ਲਈ ਚੀਨੀ ਪ੍ਰਾਈਵੇਟ ਬੈਂਕਾਂ ਤੋਂ ਕਰਜ਼ੇ ਹਾਸਲ ਕਰ ਰਿਹਾ ਹੈ। ਡੰਡੀ ਦੂਜੇ ਪਾਸੇ ਬੰਗਲਾਦੇਸ਼ ਮਾਲੀ
ਅਤੇ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਸਥਿਰ ਹੈ। ਡੰਡੀ, ਜਦੋਂ ਅਸੀਂ ਪਾਕਿਸਤਾਨ ਨਾਲ ਸਿੱਝਦਿਆਂ ਵੱਖ-ਵੱਖ ਰਾਹਾਂ ਦੀ ਤਲਾਸ਼ ਕਰਦੇ ਹਾਂ ਤਾਂ ਸਾਨੂੰ ਇਹ ਤੱਥ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਡੰਡੀ ਪੈਰਾਚੇਂਜ ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੋ ਸਨੇਹ ਮਿਲਿਆ ਹੈ ਉਹ ਇਸ ਦੀ ਸ਼ਾਹਦੀ ਭਰਦਾ ਹੈ ਕਿ ਬੰਗਲਾਦੇਸ਼ 'ਚ ਭਾਰਤ ਜਿਸ ਨੇ 90 ਲੱਖ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਸੀ ਉਸ ਨੂੰ ਅਜੇ ਵੀ ਨਿੱਘ ਨਾਲ ਯਾਦ ਕੀਤਾ ਜਾਂਦਾ ਹੈ। ਡੰਡੀ 1971 ਵਿੱਚ ਪਾਕਿਸਤਾਨ ਦੇ ਜਨਰਲ ਟਿੱਕਾ ਖਾਨ ਦੇ ਹੁਕਮਾਂ 'ਤੇ ਸ਼ਰਨਾਰਥੀਆਂ ਨੂੰ ਆਪਣੇ ਘਰਾਂ 'ਚੋਂ ਬੇਦਖਲ ਹੋਣਾ ਪਿਆ ਸੀ। ਡੰਡੀ ਪ੍ਰਧਾਨ ਮੰਤਰੀ ਮੋਦੀ ਵੱਲੋਂ 1971 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੀ ਫੈਸਲਾਕੁਨ ਅਗਵਾਈ ਦੀ ਪ੍ਰਸ਼ੰਸਾ ਕੀਤੇ ਜਾਣ ਦੇ ਨਾਲ ਹੀ ਇਹ ਕੌਮੀ ਤੌਰ 'ਤੇ ਯਾਦ ਕਰਨ ਦਾ ਮੌਕਾ ਹੈ। ਡੰਡੀ, ਬਹੁਤ ਸਮਾਂ ਬੀਤ ਚੁੱਕਿਆ ਹੈ ਅਤੇ ਬੰਗਲਾਦੇਸ਼ ਨਕਾਰੇਪਣ ਦਾ ਕੋਈ ਕੇਸ ਨਹੀਂ ਹੈ। ਜਿਵੇਂ ਨਿੰਦਾ ਕਰਨ ਦੇ ਆਦੀ ਹੈਨਰੀ ਕਿਸਿੰਜਰ ਨੇ 1971 ਵਿੱਚ ਉਸ ਮੁਲਕ ਬਾਰੇ ਕਿਹਾ ਸੀ। ਡੰਡੀ, ਬੰਗਲਾਦੇਸ਼ ਇਸ ਸਮੇਂ ਕੱਪੜੇ ਦੀਆਂ ਵਸਤਾਂ ਦਾ ਦੁਨੀਆ ਦਾ ਮੋਹਰੀ ਬਰਾਮਦਕਾਰ ਹੈ। ਡੰਡੀ, ਇਹ ਔਰਤਾਂ ਦੀ ਸਿੱਖਿਆ ਜਿਹੇ ਅਹਿਮ ਮਨੁੱਖੀ ਵਿਕਾਸ ਸੂਚਕਾਂ ਪੱਖੋਂ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਕਰਦਾ ਹੈ। ਡੰਡੀ, ਭਾਰਤ ਅਤੇ ਬੰਗਲਾਦੇਸ਼ ਨੇ ਆਪਣੀਆਂ ਜ਼ਮੀਨੀ ਤੇ ਸਮੁੰਦਰੀ ਸਰਹੱਦਾਂ ਦੀ ਨਿਸ਼ਾਨਬੰਦੀ ਸਣੇ ਦਹਾਕਿਆਂ ਪੁਰਾਣੇ ਆਪਣੇ ਸਾਰੇ ਆਪਸੀ ਵਿਵਾਦ ਹੱਲ ਕਰ ਲਏ ਹਨ। ਡੰਡੀ, ਬਸ ਹੁਣ ਭਾਰਤ ਵਿੱਚ ਬੰਗਲਾਦੇਸ਼ੀ ਆਵਾਸੀਆਂ ਦੇ ਮੁੱਦੇ 'ਤੇ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਡੰਡੀ ਪੈਰਾਚੇਂਜ ਬੰਗਲਾਦੇਸ਼ ਨੇ ਬਰਾਮਦਾਂ ਨੂੰ ਹੁਲਾਰਾ ਦੇਣ, ਆਰਥਿਕ ਵਿਕਾਸ ਤੇਜ਼ ਕਰਨ ਅਤੇ ਆਪਣੇ ਮਾਨਵੀ ਵਿਕਾਸ ਸੂਚਕਾਂ ਵਿੱਚ ਸੁਧਾਰ ਲਿਆਉਣ ਵਿੱਚ ਵੱਡੀਆਂ ਪੁਲਾਂਘਾਂ ਭਰੀਆਂ ਹਨ, ਜਦਕਿ ਪਾਕਿਸਤਾਨ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਿਹਾ ਜਾ ਸਕਦਾ। ਡੰਡੀ, ਮਾਨਵੀ ਵਿਕਾਸ ਦੇ ਸਾਰੇ ਸੂਚਕਾਂ ਦੇ ਮਾਮਲੇ ਵਿੱਚ ਪਾਕਿਸਤਾਨ ਬੰਗਲਾਦੇਸ਼ ਤੋਂ ਕਾਫੀ ਪਿੱਛੇ ਹੈ। ਡੰਡੀ, ਪਾਕਿਸਤਾਨ ਨੇ ਜਮਾਤ-ਏ-ਇਸਲਾਮੀ ਅਤੇ ਹਿਫਾਜ਼ਤ-ਏ-ਇਸਲਾਮ ਜਿਹੇ ਕੱਟੜਪੰਥੀ ਇਸਲਾਮੀ ਗਰੁੱਪਾਂ ਨਾਲ ਸਬੰਧਾਂ ਜ਼ਰੀਏ ਬੰਗਲਾਦੇਸ਼ ਅੰਦਰ ਤਣਾਅ ਵਧਾਉਣ ਤੋਂ ਇਲਾਵਾ ਬੰਗਲਾਦੇਸ਼ ਨਾਲ ਦੁਵੱਲੇ ਜਾਂ ਖੇਤਰੀ ਪੱਧਰ 'ਤੇ ਆਰਥਿਕ ਸਹਿਯੋਗ ਵਧਾਉਣ ਲਈ ਕੁਝ ਵੀ ਖਾਸ ਨਹੀਂ ਕੀਤਾ। ਡੰਡੀ, ਪਾਕਿਸਤਾਨ ਖੁਦ ਵਿੱਤੀ ਕਸਤਾਲੀ ਨਾਲ ਜੂਝ ਰਿਹਾ ਹੈ ਅਤੇ ਹੋਰਨਾਂ ਮੁਲਕਾਂ ਦੀਆਂ ਦੇਣਦਾਰੀਆਂ ਮੋੜਨ ਲਈ ਉਹ ਚੀਨ ਦੀਆਂ ਪ੍ਰਾਈਵੇਟ ਬੈਂਕਾਂ ਤੋਂ ਕਰਜ਼ੇ ਲੈ ਰਿਹਾ ਹੈ। ਡੰਡੀ, ਨੈਕਸਟ ਸਪੀਡ ਇਨਕਰੀਜ਼ਸ। ਪਾਕਿਸਤਾਨ ਨੇ ਕਸ਼ਮੀਰ ਦੀ ਸ਼ਕਸਗਾਮ ਵਾਦੀ ਚੀਨ ਨੂੰ ਸੌਂਪ ਦਿੱਤੀ ਹੈ ਅਤੇ ਹੁਣ ਗਿਲਗਿਤ ਬਾਲਟਿਸਤਾਨ ਨੇ ਚੀਨ ਦੇ ਕੰਟਰੋਲ ਦਾ ਪਿੜ ਤਿਆਰ ਹੋ ਰਿਹਾ ਹੈ, ਜਿੱਥੇ ਇਸ ਦੀ ਆਰਥਿਕ ਤੇ ਫੌਜੀ ਮੌਜੂਦਗੀ ਵਧਦੀ ਜਾ ਰਹੀ ਹੈ। ਡੰਡੀ, ਇਹ ਵੀ ਸਾਫ਼ ਹੋ ਗਿਆ ਹੈ ਕਿ ਇਹ ਹੁਣ ਸਮੇਂ ਦਾ ਹੀ ਸਵਾਲ ਹੈ ਕਿ ਬਲੋਚਿਸਤਾਨ ਵਿੱਚ ਬਣਾਈ ਗਈ ਗਵਾਦਰ ਬੰਦਰਗਾਹ 'ਤੇ ਚੀਨ ਦਾ ਕੰਟਰੋਲ ਕਦੋਂ ਹੁੰਦਾ ਹੈ। ਡੰਡੀ, ਸ੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ 'ਤੇ ਕਬਜ਼ਾ ਕਰਨ ਤੋਂ ਬਾਅਦ ਪੇਈਚਿੰਗ ਦੀਆਂ ਅਜਿਹੀਆਂ ਕਬਜ਼ਾਊ ਕਾਰਵਾਈਆਂ ਉਜਾਗਰ ਹੋ ਰਹੀਆਂ ਹਨ। ਡੰਡੀ, ਇਸ ਤੋਂ ਇਲਾਵਾ ਪਾਕਿਸਤਾਨ ਨੇ ਚੀਨ ਤੋਂ 4 ਚੀਨੀ ਜੰਗੀ ਜਹਾਜ਼ ਅਤੇ 8 ਪਣਡੁੱਬੀਆਂ ਖਰੀਦਣ ਦੇ ਸਮਝੌਤੇ ਕੀਤੇ ਹਨ ਤੇ ਇਸ ਪੇਸ਼ਕਦਮੀ ਨਾਲ ਇਸਦਾ ਬਾਹਰੀ ਕਰਜ਼ ਵਧਣ ਵਾਲਾ ਹੀ ਹੈ। ਡੰਡੀ ਪੈਰਾਚੇਂਜ, ਇਹਨਾਂ ਘਟਨਾਕ੍ਰਮਾਂ ਦੌਰਾਨ ਹੀ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲਾਂ DGMOs ਵੱਲੋਂ ਲੰਘੀ 25 ਫਰਵਰੀ ਨੂੰ ਅਣਕਿਆਸਿਆ ਐਲਾਨ ਸਾਹਮਣੇ ਆਇਆ ਹੈ। ਡੰਡੀ, ਜੰਮੂ ਕਸ਼ਮੀਰ ਵਿੱਚ ਅਸਲ ਕੰਟਰੋਲ ਰੇਖਾ 'ਤੇ ਜਦੋਂ ਗੋਲੀਬੰਦੀ ਦੀਆਂ
ਖਿਲਾਫ ਵਰਜ਼ੀ ਦੀਆਂ ਵਾਰਦਾਤਾਂ ਚੱਲ ਰਹੀਆਂ ਸਨ, ਤਦ ਇਹ ਐਲਾਨ ਕੀਤਾ ਗਿਆ ਡੰਡੀ ਭਾਰਤ ਅਤੇ ਪਾਕਿਸਤਾਨ ਨੇ ਅਸਲ ਕੰਟਰੋਲ ਰੇਖਾ ਤੇ ਗੋਲੀਬੰਦੀ ਲਈ ਸਾਰੇ ਸਮਝੌਤਿਆਂ ਦੀਆਂ ਧਾਰਾਵਾਂ ਦਾ ਪਾਲਣ ਕਰਕੇ ਇੱਕ ਦੂਜੇ ਦੇ ਸਰੋਕਾਰਾਂ ਨੂੰ ਮੁਖਾਤਬ ਹੋਣ ਦੀ ਇੱਛਾ ਪ੍ਰਗਟਾਈ ਹੈ। ਡੰਡੀ ਇਹ ਨਤੀਜਾ ਅਕਸ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਪਰਦੇ ਦੇ ਪਿੱਛੇ ਚੱਲ ਰਹੀਆਂ ਵਾਰਤਾਵਾਂ ਸਦਕਾ ਹੀ ਇਸ ਸਵਾਗਤਯੋਗ ਫੈਸਲੇ ਦਾ ਰਾਹ ਪੱਧਰਾ ਹੋ ਸਕਿਆ ਹੈ। ਡੰਡੀ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਬਾਜਵਾ ਲੰਘੀ 16 ਮਾਰਚ ਨੂੰ ਇੱਕ ਕਦਮ ਹੋਰ ਅੱਗੇ ਚਲੇ ਗਏ। ਡੰਡੀ ਉਹਨਾਂ ਆਖਿਆ ਕਿ ਅਤੀਤ ਨੂੰ ਦਫਨ ਕਰਨ ਅਤੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਡੰਡੀ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦੇ ਬਿਆਨ ਨਾਲ ਕੁਝ ਅਜਿਹੀਆਂ ਸ਼ਰਤਾਂ ਦਾ ਵੀ ਜ਼ਿਕਰ ਹੋਇਆ ਹੈ, ਜਿਵੇਂ ਕਿ ਭਾਰਤ ਨੂੰ ਖਾਸਕਰ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਸਾਜ਼ਗਾਰ ਹਾਲਾਤ ਕਾਇਮ ਕਰਨੇ ਪੈਣਗੇ। ਡੰਡੀ ਇਸ ਦੇ ਨਾਲ ਹੀ ਅੰਦਾਜ਼ਨ ਬਲੈਕਮੇਲ ਦਾ ਪੁਰਾਣਾ ਮੰਤਰ ਵੀ ਦੁਹਰਾਇਆ ਗਿਆ ਕਿ ਦੋਵੇਂ ਮੁਲਕਾਂ ਕੋਲ ਪਰਮਾਣੂ ਹਥਿਆਰ ਮੌਜੂਦ ਹਨ। ਡੰਡੀ ਪੈਰਾਚੇਂਜ ਜਨਰਲ ਬਾਜਵਾ ਨੇ ਕਾਫੀ ਸੰਜਮ ਦਾ ਮੁਜ਼ਾਹਰਾ ਕੀਤਾ ਹੈ, ਜਦਕਿ ਇਮਰਾਨ ਖਾਨ ਨੇ ਭਾਰਤ ਦਾ ਜ਼ਿਕਰ ਕਰਦਿਆਂ ਜ਼ਿਆਦਾ ਕੂਟਨੀਤਕ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ। ਡੰਡੀ ਭਾਰਤ ਬਾਰੇ ਜਨਰਲ ਬਾਜਵਾ ਦਾ ਬਿਆਨ ਆਪਣੇ ਪੂਰਬਵਰਤੀ ਜਨਰਲ ਰਹੀਲ ਸ਼ਰੀਫ ਦੀਆਂ ਟਿੱਪਣੀਆਂ ਨਾਲੋਂ ਜ਼ਿਆਦਾ ਸੁਲਝਿਆ ਹੋਇਆ ਸੀ। ਡੰਡੀ ਇਹ ਕੋਈ ਨਵਾਂ ਪਹਿਲੂ ਵੀ ਨਹੀਂ ਹੈ। ਡੰਡੀ ਜਨਰਲ ਮੁਸ਼ੱਰਫ ਸ਼ੁਰੂ 'ਚ ਬਹੁਤ ਜ਼ਿਆਦਾ ਜੰਗਬਾਜ਼ੀ ਦੀਆਂ ਗੱਲਾਂ ਕਰਦੇ ਸਨ, ਫਿਰ ਕਾਰਗਿਲ 'ਚ ਫੌਜ ਦੇ ਨਾਕਾਮ ਆਪਰੇਸ਼ਨ ਤੋਂ ਸਬਕ ਸਿੱਖਿਆ। ਡੰਡੀ 2003 'ਚ ਸਰਹੱਦ ਪਾਰ ਦਹਿਸ਼ਤਗਰਦੀ ਖਤਮ ਹੋ ਗਈ ਅਤੇ ਜੰਮੂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਇੱਕ ਚੌਖਟੇ ਬਾਰੇ ਸਹਿਮਤੀ ਬਣ ਗਈ ਸੀ। ਡੰਡੀ ਜਨਰਲ ਮੁਸ਼ੱਰਫ ਨੇ ਜਿਨ੍ਹਾਂ ਗੱਲਾਂ 'ਤੇ ਸਹਿਮਤੀ ਬਣਾਈ, ਉਹਨਾਂ ਵੱਲੋਂ ਚੁਣੇ ਜਨਰਲ ਕਿਆਨੀ ਨੇ ਹੀ ਅਪਣਾਉਣ ਤੋਂ ਮਨ੍ਹਾ ਕਰ ਦਿੱਤਾ। ਡੰਡੀ ਮੁੰਬਈ ਵਿੱਚ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ 26/11 ਦੇ ਦਹਿਸ਼ਤਗਰਦ ਹਮਲੇ ਲਈ ਜਨਰਲ ਕਿਆਨੀ ਜ਼ਿੰਮੇਵਾਰ ਸਨ। ਡੰਡੀ ਸ਼ੁਰੂਆਤੀ ਤੌਰ 'ਤੇ ਮੁਸ਼ੱਰਫ ਆਪਣੇ ਪੂਰਬਵਰਤੀ ਤੇ ਸੋਚ ਸਮਝ ਕੇ ਫੈਸਲਾ ਲੈਣ ਵਾਲੇ ਤੇ ਨਰਮ ਸੁਰ ਰੱਖਣ ਲਈ ਜਾਣੇ ਜਾਂਦੇ ਜਨਰਲ ਜਹਾਂਗੀਰ ਕਰਾਮਾਤ ਤੋਂ ਵੱਖਰੇ ਸਨ। ਡੰਡੀ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੋ ਪੇਸ਼ਕਦਮੀ ਜਨਰਲ ਬਾਜਵਾ ਵੱਲੋਂ ਸ਼ੁਰੂ ਕੀਤੀ ਗਈ ਹੈ, ਉਹਨਾਂ ਦਾ ਉੱਤਰਾਧਿਕਾਰੀ ਉਸ 'ਤੇ ਚੱਲੇਗਾ ਹੀ। ਡੰਡੀ ਬਾਜਵਾ ਇਸ ਵੇਲੇ ਸੇਵਾ ਕਾਲ ਵਿੱਚ ਵਾਧੇ 'ਤੇ ਚੱਲ ਰਹੇ ਹਨ ਅਤੇ ਉਹਨਾਂ ਨਵੰਬਰ 2022 ਵਿੱਚ ਸੇਵਾ ਮੁਕਤ ਹੋ ਜਾਣਾ ਹੈ। ਡੰਡੀ ਇਸ ਲਈ ਤਰਕ ਦੀ ਮੰਗ ਹੈ ਕਿ ਅਸੀਂ ਇਹ ਪ੍ਰਵਾਨ ਕਰੀਏ ਕਿ ਜੇ ਸੁੱਖ ਸਾਂਦ ਬਣੀ ਰਹਿੰਦੀ ਹੈ ਤਾਂ ਵਾਜਿਬ ਹੱਦ ਤੱਕ ਸਾਡੀ ਯਕੀਨ ਦਹਾਨੀ ਹੋ ਸਕੇਗੀ ਕਿ ਸਾਵਧਾਨੀ ਪੂਰਵਕ ਤੇ ਵਡੇਰੇ ਰੂਪ ਵਿੱਚ ਪਰਦੇ ਦੇ ਪਿੱਛੇ ਘੜਿਆ ਗੱਲਬਾਤ ਦਾ ਅਮਲ ਸਾਹਮਣੇ ਆ ਸਕੇਗਾ। ਡੰਡੀ ਸਿਰਫ ਬੇਸਬਰੀ ਤੋਂ ਕੰਮ ਲੈਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੀ ਹਨ ਜੋ ਰੰਗ ਵਿੱਚ ਭੰਗ ਦਾ ਕੰਮ ਕਰ ਸਕਦੇ ਹਨ। ਡੰਡੀ ਪੈਰਾਚੇਂਜ ਆਸ ਹੈ ਪਾਕਿਸਤਾਨ ਸਮਝ ਜਾਵੇਗਾ ਕਿ ਭਾਰਤ ਗੱਲਬਾਤ ਦੇ ਅਮਲ ਜਾਂ ਜੰਮੂ ਕਸ਼ਮੀਰ ਬਾਰੇ ਇਸਲਾਮਾਬਾਦ ਦੀਆਂ ਮੰਗਾਂ ਦੀ ਪੂਰਤੀ ਲਈ ਕੋਈ ਕਦਮ ਨਹੀਂ ਉਠਾਵੇਗਾ। ਡੰਡੀ ਜੰਮੂ ਕਸ਼ਮੀਰ 'ਚ ਸੰਵਿਧਾਨਿਕ ਸੋਧਾਂ ਨੂੰ ਅਗਾਂਹ ਲਿਜਾਣ ਦਾ ਸਮੁੱਚਾ ਅਮਲ ਭਾਰਤ ਵੱਲੋਂ ਤੈਅ ਕੀਤਾ ਜਾਵੇਗਾ ਤੇ ਇਸ ਦੀ ਗਤੀ ਵੀ ਇਸ ਦੀ ਸਰਕਾਰ ਤੇ ਲੋਕਾਂ ਵੱਲੋਂ ਨਿਰਧਾਰਤ ਕੀਤੀ ਜਾਵੇਗੀ। ਡੰਡੀ ਆਸ ਹੈ ਕਿ ਪਾਕਿਸਤਾਨ ਨਾਲ ਸਬੰਧ ਵਪਾਰ, ਯਾਤਰਾ, ਰਾਹਦਾਰੀ ਅਤੇ ਸੈਰ ਸਪਾਟੇ ਦੇ ਕੇਂਦਰ ਹੋਣਗੇ। ਡੰਡੀ ਜੰਮੂ ਕਸ਼ਮੀਰ ਬਾਰੇ ਗੱਲਬਾਤ ਵਾਹ ਲੱਗਦੀ ਪਰਦੇ ਦੇ ਪਿੱਛੇ ਰਹਿ ਕੇ ਗੱਲਬਾਤ ਕਰਨ ਵਾਲਿਆਂ ਤੇ ਛੱਡ ਦਿੱਤੀ ਜਾਵੇ। ਡੰਡੀ ਪੈਰਾਚੇਂਜ ਭਾਰਤ ਨੂੰ ਕੁਆਡ ਅਮਲ ਤੇ
ਅਗਾਂਹ ਵਧਣ ਤੋਂ ਇਲਾਵਾ ਆਪਣੀ ਰਣਨੀਤਕ ਖੁਦਮੁਖਤਾਰੀ ਨੂੰ ਮਜ਼ਬੂਤ ਬਣਾਉਣ ਦਾ ਅਮਲ ਜਾਰੀ ਰੱਖਣਾ ਪਵੇਗਾ। ਡੰਡੀ ਇਸ ਨੂੰ ਇੱਕ ਪਾਸੇ ਰੂਸ ਨਾਲ ਆਪਣੇ ਸਬੰਧ ਮਜ਼ਬੂਤ ਰੱਖਣੇ ਪੈਣਗੇ, ਜਦਕਿ ਜਾਪਾਨ, ਫਰਾਂਸ ਅਤੇ ਬਰਤਾਨੀਆ ਜਿਹੀਆਂ ਅਹਿਮ ਤਾਕਤਾਂ ਨਾਲ ਵੀ ਆਪਣੇ ਸਬੰਧ ਮਜ਼ਬੂਤ ਕਰਨੇ ਪੈਣਗੇ। ਡੰਡੀ ਸ੍ਰੀਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ ਅਤੇ ਮਿਆਂਮਾਰ ਜਿਹੇ ਗੁਆਂਢੀ ਮੁਲਕਾਂ ਨੂੰ ਭਾਰਤ ਦੀਆਂ ਰਣਨੀਤਕ ਮਜਬੂਰੀਆਂ ਦਾ ਪਤਾ ਚੱਲ ਗਿਆ ਹੈ। ਡੰਡੀ ਉਂਝ ਚੀਨ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਵਡੇਰੀ ਇਕਜੁੱਟਤਾ ਵਾਸਤੇ ਆਸੀਆਨ ਵਿੱਚ ਦੋਸਤੀਆਂ ਰੱਖਣ ਗੰਢਣ ਦਾ ਕੰਮ ਅਜੇ ਬਾਕੀ ਹੈ। ਡੰਡੀ